ਪੰਜਾਬ ਲਾਈਵ ਚੈਨਲ ਦੇ ਸਿਆਸੀ ਪਿੜ ਪ੍ਰੋਗਰਾਮ ਦੇਖ ਰਹੇ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਹਾਂ ਗੁਰਧਿਆਨ ਸਿੰਘ ਖਰੋੜ ਤੇ ਅੱਜ ਮੇਰੇ ਨਾਲ ਨੇ ਉੱਘੇ ਤਰਕਸ਼ੀਲ ਸਰਬਜੀਤ ਸਿੰਘ ਜੀ ਉਖਲਾ। ਦੋਸਤੋ ਅੱਜ ਦਾ ਸਾਡਾ ਜੋ ਮੁੱਦਾ ਹੈ ਧਰਮ ਤੇ ਸਿਆਸਤ ਦਾ ਰਲੇਵਾਂ ਤੇ ਇਸ ਦਾ ਸਮਾਜ ਤੇ ਪੈਣ ਵਾਲਾ ਪ੍ਰਭਾਵ। ਇਸ ਮੁੱਦੇ ਤੇ ਅਸੀਂ ਅੱਜ ਗੱਲ ਕਰਾਂਗੇ ਉਖਲਾ ਜੀ ਦੇ ਨਾਲ, क्योंकि इस विषय ते कई किताबां भी लिख चुके ने ते सानू इस विषय ते वधिया तरीके नाल समझा भी सकते हैं कि भी ये की है, धर्म का कंसैप्ट की है ते इहदे विच सियासत दा रलेवा किवें होया ते ये फिर की प्रभाव करदा है समाज ते। हाँ जी सरबजीत जी, स्वागत है जी। धन्यवाद सारे दर्शकों का। ਪਹਿਲਾਂ ਤਾਂ ਅਸੀਂ ਜਾਣਨਾ ਚਾਹਾਂਗੇ ਕਿ ਵੀ ਜਿਹੜਾ ਧਾਰਮਿਕ ਕੋਈ ਬੰਦਾ ਹੈ ਜਾਂ ਉਹਨੂੰ ਸਿਆਸਤ ਦੇ ਵਿੱਚ ਆਪਣੀ ਉਹ ਕਰਨਾ ਜਾਂ ਸਿਆਸਤ ਨੂੰ ਧਰਮ ਦੇ ਵਿੱਚ ਦਖਲਅੰਦਾਜ਼ੀ ਕਰਨੀ ਇਹ ਕਿੰਨੀ ਕੁ ਜਾਇਜ਼ ਹੈ। ਤੇ ਸਭ ਤੋਂ ਪਹਿਲਾਂ ਮੇਰਾ ਇਸ ਸੰਦਰਭ ਦੇ ਵਿੱਚ ਇਹ ਸਵਾਲ ਹੈ ਕਿ ਵੀ ਧਰਮ ਦਾ ਜਿਹੜਾ ਹੈਗਾ ਕਨਸੈਪਟ ਉਹ ਸਾਨੂੰ ਸਮਝਾਇਆ ਜਾਵੇ ਕਿ ਧਰਮ ਦਾ ਕਨਸੈਪਟ ਹੈ ਕੀ। ਜਦੋਂ ਅਸੀਂ ਸ੍ਰਿਸ਼ਟੀ ਦੀ ਉਤਪਤੀ ਤੋਂ ਲੈ ਕੇ ਮਨੁੱਖ ਦਾ ਇਤਿਹਾਸ ਪੜ੍ਹਦੇ ਹਾਂ, ਸਾਰਾ ਕੁਝ ਸਮਝਦੇ ਹਾਂ ਤੇ ਸਾਡੇ ਸਾਹਮਣੇ ਆਉਂਦਾ ਵੀ ਸਾਡੇ ਕੋਲ ਪਹਿਲਾਂ ਕੁਝ ਨਹੀਂ ਸੀ, ਨਾ ਰੱਬ ਸੀ, ਨਾ ਧਰਮ ਸੀ, ਨਾ ਸਿਆਸਤ ਸੀ। ਮਨੁੱਖ ਜਿਹੜਾ ਪਸ਼ੂਆਂ ਵਾਂਗੂ ਹੀ ਰਹਿ ਰਿਹਾ ਸੀ, ਆਜ਼ਾਦ ਰਹਿ ਰਿਹਾ ਸੀ, ਜੰਗਲਾਂ 'ਚ ਰਹਿ ਰਿਹਾ ਸੀ, ਜਿੱਥੇ ਟਿਕਾਣਾ ਮਿਲਿਆ, ਗੁਫਾਵਾਂ 'ਚ ਰਹਿ ਲਿਆ ਸਭ ਕੁਝ। ਸਮਾਜਿਕ ਤੌਰ ਤੇ ਅਜੇ ਉਹ ਡਿਵੈਲਪ ਨਹੀਂ ਸੀ ਹੋਇਆ। ਆਦਿ ਮਾਨਵ ਦੀ ਤੁਸੀਂ ਗੱਲ ਆਦਿ ਮਾਨਵ ਦੀ ਜਿਵੇਂ ਜਿਵੇਂ ਸਮਾਜ ਡਿਵੈਲਪ ਹੁੰਦਾ ਲੋੜਾਂ ਬਣਦੀਆਂ, ਲੋੜਾਂ ਨਵੀਆਂ ਵੱਧਦੀਆਂ। ਜਦੋਂ ਇੱਕ ਕਬੀਲਾ ਦੂਜੇ ਕਬੀਲੇ ਨਾਲ ਟਕਰਾਉਂਦਾ ਹੈ ਤਾਂ ਉਹ 'ਤੇ ਲੀਡਰਸ਼ਿਪ ਦੀ ਲੋੜ ਪੈਂਦੀ ਹੈ। ਉਹ ਭਾਵੇਂ ਜਗ੍ਹਾ ਵਾਸਤੇ ਹੋਵੇ, ਸ਼ਿਕਾਰ ਵਾਸਤੇ ਹੋਵੇ, ਕਿਸੇ ਗੱਲੋਂ ਵੀ ਲੜਾਈ ਹੁੰਦੀ ਆ ਤਾਂ ਉਹ 'ਤੇ ਲੀਡਰਸ਼ਿਪ ਦੀ ਲੋੜ ਪੈਂਦੀ ਆ ਵੀ ਸਾਡੇ ਕਬੀਲੇ ਦੀ ਦੂਜੇ ਕਬੀਲੇ ਨਾਲ ਟੱਕਰ ਆ ਤਾਂ ਕੋਈ ਇੱਧਰ ਵੀ ਲੀਡ ਕਰੂਗਾ, ਇੱਧਰ ਵੀ ਕੋਈ ਨੇਤਾ ਬਣੂਗਾ, ਉੱਧਰ ਵੀ ਬਣੂਗਾ। ਇਹਦੇ 'ਚੋਂ ਤਾਂ ਹੌਲੀ ਹੌਲੀ ਸਿਆਸਤ ਨਿਕਲਦੀ, ਜਿਹੜੀ ਇੱਕ ਕਬੀਲੇ ਤੋਂ 10 ਕਬੀਲਿਆਂ ਦਾ ਸਰਦਾਰ ਹੁੰਦਾ, ਫਿਰ ਪਿੰਡ ਦਾ, ਫਿਰ 10 ਪਿੰਡਾਂ ਦਾ, ਉਹ ਵੱਧਦੀ ਰਾਜਾਂ ਤੱਕ ਪਹੁੰਚਦੀ ਆ ਤੇ ਇਹ ਸਦੀਆਂ ਲੱਗਦੀਆਂ, ਹਜ਼ਾਰਾਂ ਸਾਲ ਲੱਗਦੇ ਆ। ਦੂਜੇ ਪਾਸੇ ਇਹਦੇ ਪੈਰਲਲ ਧਰਮ ਦਾ ਕਨਸੈਪਟ ਕਿਵੇਂ ਸ਼ੁਰੂ ਹੁੰਦਾ? ਧਰਮ ਦਾ ਕਨਸੈਪਟ ਨਿਕਲਦਾ ਰੱਬ ਦਾ ਕਨਸੈਪਟ। ਅਸਲ 'ਚ ਪਹਿਲਾਂ ਧਰਮ ਨਹੀਂ ਸੀ, ਪਹਿਲਾਂ ਰੱਬ ਸੀ। ਅੱਛਾ, ਰੱਬ ਮਤਲਬ ਇੱਕ ਮਾਨਤਾ ਹੋਈ ਡਰ 'ਚੋਂ। ਪਹਿਲਾਂ ਰੱਬ ਆ, ਫਿਰ ਰੱਬ ਦਾ ਕਨਸੈਪਟ ਪਹਿਲਾਂ ਆਇਆ, ਫਿਰ ਉਸ ਤੋਂ ਬਾਅਦ ਧਰਮ ਦਾ ਕਨਸੈਪਟ ਆਇਆ। ਰੱਬ ਦਾ ਮਤਲਬ ਲੋਕਾਂ ਦੇ ਮਨ 'ਚ ਇਹ ਵਿਚਾਰ ਆਉਣਾ ਕਿ ਕੋਈ ਇਹੋ ਜਿਹੀ ਸ਼ਕਤੀ ਹੈਗੀ ਆ ਜਿਹੜੀ ਇਹ ਸਾਰੇ ਕੁਝ ਨੂੰ ਚਲਾ ਰਹੀ ਆ। ਉਹ ਕਿਉਂ ਆਇਆ? ਉਹ ਇਸ ਡਰ 'ਚੋਂ ਆਇਆ, ਇੱਕ ਡਰ 'ਚੋਂ ਜਿਹਦੀ ਉਹਨਾਂ ਨੂੰ ਸਮਝ ਨਹੀਂ ਸੀ। ਅਚਾਨਕ ਜੰਗਲ ਨੂੰ ਅੱਗ ਲੱਗ ਗਈ, ਸਾਰਾ ਜੰਗਲ ਫੂਕ ਗਿਆ, ਲੋਕਾਂ ਦੀਆਂ ਕੁੱਲੀਆਂ ਮਾੜੇ ਚੰਗੇ ਜੋ ਕੁਝ ਬਣਾਏ ਛੰਨਾ ਉਹ ਵੀ ਸੜ ਗਈਆਂ। ਤੇ ਉਹਨਾਂ ਨੂੰ ਇਹ ਨਹੀਂ ਸਮਝ ਲੱਗਦੀ ਵੀ ਅੱਗ ਲੱਗ ਕਿਵੇਂ ਗਈ। ਬਿਲਕੁਲ ਉਹਨਾਂ ਨੂੰ ਜਿਹੜੇ ਮੈਦਾਨ 'ਚ ਰਹਿੰਦੇ ਆ ਉਹਨਾਂ ਨੂੰ ਨਹੀਂ ਪਤਾ ਵੀ ਪਹਾੜਾਂ 'ਚ ਇੰਨਾ ਜ਼ਿਆਦਾ ਮੀਂਹ ਪੈ ਗਿਆ, ਥੱਲੇ ਤਾਂ ਲੋਕੀ ਔੜ ਨਾਲ ਮਰ ਰਹੇ ਆ, ਰਾਤੋਂ ਰਾਤ ਹੜ੍ਹ ਆਇਆ, ਸਾਰਾ ਕੁਝ ਰੁੜ ਗਿਆ। ਕੋਈ ਸੱਪ ਨਿਕਲਦਾ ਖੁੱਡ 'ਚੋਂ ਡੰਗ ਕੇ ਮਾਰ ਕੇ ਬੰਦੇ ਨੂੰ ਫਿਰ ਵਿੱਚ ਵੜ ਜਾਂਦਾ ਖੁੱਡ 'ਚ, ਕਿਸੇ ਨੇ ਵੇਖਿਆ ਨਹੀਂ ਵੀ ਇਹ ਹੋ ਕੀ ਰਿਹਾ। ਉਹਨਾਂ ਨੂੰ ਇਹ ਲੱਗਣ ਲੱਗ ਗਿਆ ਵੀ ਕੋਈ ਕਰੋਪੀ ਆਈ ਆ, ਕੋਈ ਸਾਡੇ 'ਤੇ ਸ਼ਕਤੀ ਨਾਰਾਜ਼ ਹੋਈ ਆ, ਉਹਦਾ ਕਰਕੇ ਇਹ ਸਾਰਾ ਕੁਝ ਹੋ ਰਿਹਾ ਹੈ। ਰੱਬ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਰੱਬ ਡਰ ਦਾ ਦੂਜਾ ਨਾਮ। ਰੱਬ ਡਰ 'ਚੋਂ ਨਿਕਲੀ ਹੋਈ ਲੋੜ ਆ। ਸਾਨੂੰ ਇੱਕ ਆਸਰੇ ਦੀ ਲੋੜ ਪਈ ਵੀ ਸਾਨੂੰ ਕੋਈ ਸ਼ਕਤੀ ਬਚਾ ਸਕਦੀ ਆ ਜਿਹੜੀ ਇਹ ਸਾਰੇ ਕੁਝ ਨੂੰ ਚਲਾ ਰਹੀ ਆ। ਜਿਹੜੇ ਦੇਵੀ ਦੇਵਤੇ ਆਏ ਪਹਿਲਾਂ ਸ਼ਕਤੀਆਂ ਦੇ ਰੂਪ 'ਚ ਸੀ, ਨਾ ਕਿ ਮੂਰਤੀਆਂ ਦੇ ਰੂਪ 'ਚ। ਅੱਗ ਨੂੰ ਦੇਵਤਾ ਮੰਨ ਲਿਆ, ਪਾਣੀ ਨੂੰ ਦੇਵਤਾ ਮੰਨ ਲਿਆ, ਪਾਣੀ ਬਿਨਾਂ ਨਹੀਂ ਸਰਦਾ, ਪਾਣੀ ਰੁੱਸ ਜੇ। ਉਹਨਾਂ ਦੇ ਮੁਤਾਬਕ ਇਹੋ ਸੀ, ਪਾਣੀ ਨਾਰਾਜ਼ ਹੋ ਗਿਆ ਸਾਨੂੰ ਡੋਬ ਗਿਆ, ਪਾਣੀ ਨਾਰਾਜ਼ ਹੋ ਗਿਆ ਮੀਂਹ ਨਹੀਂ ਪੈਂਦਾ, ਅਗਨੀ ਜਿਹੜੀ ਨਾਰਾਜ਼ ਹੋ ਗਈ ਤਾਂ ਸਾਰਾ ਕੁਝ ਫੂਕਤਾ। ਇਹ ਸਾਡੇ ਵੱਸ 'ਚ ਕੁਝ ਨਹੀਂ ਸੀ। ਇਨਸਾਨ ਦੇ ਵੱਸੋਂ ਬਾਹਰਲੀਆਂ ਗੱਲਾਂ ਨੇ ਉਹਦੇ ਮਨ 'ਚ ਡਰ ਪਾਇਆ ਤੇ ਉਹਦੇ ਮਨ 'ਚ ਇਹ ਭਾਵਨਾ ਪੈਦਾ ਕੀਤੀ ਵੀ ਇਹਨਾਂ ਨੂੰ ਖੁਸ਼ ਕਰਨ ਲਈ ਕੁਝ ਕਰਨਾ ਪਊਗਾ। ਕੁਝ ਕਰਨਾ, ਪੂਜਾ ਕਿਵੇਂ ਸ਼ੁਰੂ ਹੁੰਦੀ ਆ? ਕਿਉਂਕਿ ਜਦੋਂ ਸਾਡੇ ਘਰ 'ਚ ਕੋਈ ਵੱਡਾ ਹੈ, ਸਾਡੇ ਕਬੀਲੇ 'ਚ ਜਿਹੜਾ ਤਕੜਾ ਹੈ, ਮਾਰਖੋਰਾ ਬੰਦਾ ਹੈ, ਲੋਕਾਂ ਨੂੰ ਡਰਾ ਧਮਕਾ ਲੈਂਦਾ ਹੈ, ਅਸੀਂ ਉਹਨੂੰ ਖੁਸ਼ ਕਿਵੇਂ ਕਰਦੇ ਹਾਂ? ਤੁਸੀਂ ਬਹੁਤ ਚੰਗੇ ਹੋ ਜੀ, ਤੁਸੀਂ ਤੁਹਾਡਾ ਦਿੱਤਾ ਖਾ ਰਹੇ ਜੀ, ਤੁਹਾਡੇ ਬਚਾਏ ਹੋਏ ਬਚੇ ਰਹੇ ਜੀ, ਅਸੀਂ ਚਾਪਲੂਸੀ ਕਰਦੇ। ਲੋਕਾਂ ਨੇ ਇਹ ਕਨਸੈਪਟ ਇਸ ਰੂਪ 'ਚ ਵੀ ਗਿਆ ਵੀ ਉਹ ਜਿਹੜੀ ਸ਼ਕਤੀ ਇੰਨੀ ਡਾਢੀ ਆ ਉਹਨੂੰ ਵੀ ਇੰਝ ਹੀ ਖੁਸ਼ ਕਰਾਂ, ਉਹ ਵੀ ਇੱਦਾਂ ਹੀ ਖੁਸ਼ ਹੋਊਗੀ ਜਿੱਦਾਂ ਅਸੀਂ
ਆਪਣੇ ਤੋਂ ਤਾਕਤਵਰ ਨੂੰ ਖੁਸ਼ ਕਰ ਲੈਂਦੇ ਆ ਤੇ ਉਹਦੀ ਵੀ ਚਾਪਲੂਸੀ ਜਿਹੜੀ ਇਹਦੇ ਚੋਂ ਫਿਰ ਅੱਗੇ ਧਰਮ ਅਗਲੇ ਸਟੇਜ ਤੇ ਸ਼ੁਰੂ ਆਉਂਦਾ ਹੈ ਵੀ ਪੂਜਾ ਸ਼ੁਰੂ ਹੁੰਦੀ ਆ ਹਰ ਬੰਦਾ ਆਪਣੇ ਤੌਰ ਤੇ ਕਰੀ ਜਾਂਦਾ ਸਿੰਪਲ ਗੱਲ ਹੈ ਵੀ ਤੂੰ ਚੰਗਾ ਕਰੀ ਤੂੰ ਮੇਰੇ ਫਸਲਾਂ ਨੂੰ ਠੀਕ ਰੱਖੀ ਮੇਰੇ ਜੰਗਰਾਂ ਨੂੰ ਠੀਕ ਰੱਖੀ ਮੈਨੂੰ ਪੁੱਤ ਦੇਵੀ ਮੇਰੇ ਬੱਚੇ ਸਿਆਣੇ ਹੋਣ ਇਹ ਚੀਜ਼ਾਂ ਸਿੰਪਲ ਪਰ ਜਦੋਂ ਆਪਾਂ ਪਿੰਡ 'ਚ ਦੇਖਦੇ ਹਾਂ ਅੱਜ ਵੀ ਜਿਹੜਾ ਬੰਦਾ ਚੰਗੀ ਤਰ੍ਹਾਂ ਗੱਲ ਰੱਖ ਸਕਦਾ ਆਪਾਂ ਪਿੰਡ 'ਚ ਸੱਦਣ ਜਾਂਦੇ ਹਾਂ ਅਰਦਾਸ ਭਾਈ ਜੀ ਕਰਨਗੇ ਜੋ ਕਿ ਅਰਦਾਸ ਕੋਈ ਵੀ ਕਰ ਸਕਦਾ ਪਰ ਸਾਨੂੰ ਲੱਗਦਾ ਵੀ ਨਹੀਂ ਸਾਡੇ ਕੋਲ ਗਲਤ ਨਾ ਹੋ ਜੇ ਇਸ ਤਰ੍ਹਾਂ ਦੀ ਭਾਵਨਾ ਜਦੋਂ ਲੋਕਾਂ ਦੇ ਮਨ 'ਚ ਆਉਣ ਲੱਗੀ ਵੀ ਫਲਾਣਾ ਬੰਦਾ ਬੜੇ ਵਧੀਆ ਤਰ੍ਹਾਂ ਪੂਜਾ ਕਰਦਾ ਉਹ ਵਧੀਆ ਤਰ੍ਹਾਂ ਰੱਬ ਨੂੰ ਮਨਾ ਲੂਗਾ ਕਿਉਂਕਿ ਕਿਸੇ ਬੰਦੇ ਨੂੰ ਐਕਸਪ੍ਰੈਸ ਕਰਨ ਦੀ ਜ਼ਿਆਦਾ ਵਧੀਆ ਸ਼ਬਦ ਆਉਂਦੇ ਆ ਜ਼ਿਆਦਾ ਵਧੀਆ ਗੱਲ ਆਉਂਦੀ ਆ ਕਹਿ ਲਈਏ ਕਿ ਵਕੀਲ ਕਰ ਲਿਆ ਉਹ ਇੱਕ ਨਹੀਂ ਵਕੀਲ ਕਰ ਲਿਆ ਰੱਬ ਦਾ ਵਕੀਲ ਕਰ ਲਿਆ ਵੀ ਤੂੰ ਸਾਡੇ ਲਈ ਕੰਮ ਕਰ ਸਾਡੇ ਲਈ ਕੇਸ ਲੜ ਹਾਂ ਤੂੰ ਸਾਡੇ ਲਈ ਕੇਸ ਲੜ ਅਸੀਂ ਉਹ ਵਕੀਲ ਕਰ ਲਿਆ ਸਹੀ ਗੱਲ ਤੁਸੀਂ ਬਿਲਕੁਲ ਸਹੀ ਥਾਂ ਤੇ ਪਹੁੰਚੇ ਹੋ ਅਸੀਂ ਵਕੀਲ ਕਰ ਲਿਆ ਵੀ ਤੂੰ ਗੱਲ ਕਰ ਉਹ ਜਿਹੜੇ ਸੀ ਉਹਨਾਂ ਨੇ ਪਹਿਲਾਂ ਤਾਂ ਉਹ ਸੇਵਾ ਵਾਸਤੇ ਹੀ ਕਰਦੇ ਰਹੇ ਜਿਵੇਂ ਹੁਣ ਕਾਰ ਸੇਵਾ ਲਈ ਆਪਾਂ ਬਹੁਤ ਕੁਝ ਕਰ ਦਿੰਦੇ ਹਾਂ ਫਿਰ ਹੌਲੀ ਹੌਲੀ ਉਹ ਪ੍ਰੋਫੈਸ਼ਨਲ ਹੁੰਦੇ ਗਏ ਵੀ ਜਿਹਨੂੰ ਭਾਈ ਤੁਸੀਂ ਸਾਰਿਆਂ ਨੇ ਇਸੇ ਕੰਮ ਲਈ ਬੁਲਾਈ ਰੱਖਣਾ ਹੈ ਤੇ ਉਹਦੇ ਰੋਟੀ ਪਾਣੀ ਦਾ ਇੰਤਜ਼ਾਮ ਵੀ ਕਰੋ ਕਮਾਈ ਕਦੋਂ ਕਰਨੀ ਹੈ ਉਹਨੇ ਕਮਾਈ ਕਦੋਂ ਉਹਦੇ ਚੋਂ ਫਿਰ ਪੁਰੋਹਿਤ ਪੈਦਾ ਹੁੰਦਾ ਤੇ ਜਦੋਂ ਪੁਰੋਹਿਤ ਪੈਦਾ ਹੁੰਦਾ ਤੇ ਪੁਰੋਹਿਤ ਉਸ ਮਾਨਤਾ ਨੂੰ ਧਰਮ ਬਣਾਉਂਦਾ ਉਹ ਕੀ ਕਰਦਾ ਵੀ ਮੈਂ ਜਦੋਂ ਉਹਨੇ ਆਉਣਾ ਉਹਦੇ ਆਉਣ ਤੋਂ ਪਹਿਲਾਂ ਅਸੀਂ ਸਾਫ਼ ਸਫਾਈ ਕਰਦੇ ਹਾਂ ਹਰ ਚੀਜ਼ ਤਿਆਰ ਰੱਖਦੇ ਉਹਨੇ ਪਹਿਲਾਂ ਕਹਿ ਦੇਣਾ ਜੀ ਇੱਕ ਨਾਰੀਅਲ ਰੱਖਿਓ ਇੱਕ ਆ ਰੱਖਿਓ ਇੱਕ ਉਹ ਰੱਖਿਓ ਜੀ ਫਿਰ ਉਹਨੇ ਵੇਖਣਾ ਮੂੰਹ ਚੜ੍ਹਦੇ ਨੂੰ ਕਰਨਾ ਲਹਿੰਦੇ ਨੂੰ ਕਰਨਾ ਇਹ ਚੀਜ਼ਾਂ ਦੀ ਮਰਿਆਦਾ ਦੇ ਨਿਯਮ ਜਿਹੜੇ ਉਹ ਬਣਾਉਂਦਾ ਬਿਲਕੁਲ ਉਹਦੇ ਮੁਤਾਬਕ ਲੋਕ ਚੱਲਣਾ ਸ਼ੁਰੂ ਕਰਦੇ ਆ ਹੌਲੀ ਹੌਲੀ ਉਹ ਪੱਕੇ ਠੁੱਕ ਜਾਂਦੇ ਆ ਵੀ ਇੰਜ ਹੀ ਹੋਣਾ ਹੈ ਜੇ ਇੰਜ ਨਾ ਹੋਇਆ ਤੇ ਪੁਰੋਹਿਤ ਨਾਰਾਜ਼ ਤੇ ਰੱਬ ਨਾਰਾਜ਼ ਤੇ ਫਿਰ ਉਹ ਗੱਲ ਜਿਹੜੀ ਜਦੋਂ ਮਰਿਆਦਾ 'ਚ ਆਉਂਦੀ ਆ ਉਹ ਧਰਮ ਵੱਲ ਨੂੰ ਵੱਧਦੀ ਆ ਅੱਛਾ ਫਿਰ ਸਭ ਤੋਂ ਪਹਿਲਾ ਜਿਹੜਾ ਧਰਮ ਸੀ ਤੁਹਾਡੀ ਰਿਸਰਚ ਦੇ ਮੁਤਾਬਕ ਸਭ ਤੋਂ ਪਹਿਲਾਂ ਕਿਹੜਾ ਧਰਮ ਕੋਈ ਵੀ ਧਰਮ ਹੋਂਦ 'ਚ ਆਇਆ ਇੱਥੇ ਕੋਈ ਵੀ ਧਰਮ ਸਭ ਮਾਨਤਾ ਜਿਹੜੀ ਜਦੋਂ ਵੀ ਸ਼ੁਰੂ ਹੋਈ ਹੈ ਇੱਕੋ ਵੇਲੇ ਸ਼ੁਰੂ ਹੋਈ ਆ ਹਾਂਜੀ ਕਿਉਂਕਿ ਇਨਸਾਨ ਇੱਕ ਥਾਂ ਤੋਂ ਤੁਰਿਆ ਹਾਂਜੀ ਹੁਣ ਤੱਕ ਦੀ ਸਾਇੰਸਦਾਨ ਜਿਹੜੀ ਖੋਜ ਆ ਸਾਇੰਸ ਦੀ ਹੋਇਆ ਕਿ ਇਨਸਾਨ ਦੀ ਸਭ ਤੋਂ ਪਹਿਲੀ ਮਾਂ ਅਫਰੀਕਾ ਦੇ ਵਿੱਚ ਨਮੀਬੀਆ ਦੇ ਨੇੜੇ ਇੱਕ ਅਫਰੀਕਨ ਸੀ ਸਾਰੀ ਦੁਨੀਆ ਦੇ ਹਾਂਜੀ ਵੰਸ਼ ਜਿਹੜਾ ਇੱਕ ਜਨਾਨੀ ਤੋਂ ਤੁਰਿਆ ਹੋਇਆ ਉਹ ਜਿਹੜਾ ਪਸਾਰਾ ਸ਼ੁਰੂ ਹੋਇਆ ਉਸ ਤੋਂ ਬਾਅਦ ਸਦੀਆਂ ਲੰਘ ਗਈਆਂ ਹਜ਼ਾਰਾਂ ਸਾਲ ਲੰਘ ਗਏ ਲੱਖਾਂ ਸਾਲ ਲੰਘ ਗਏ ਪਸਾਰਾ ਹੋ ਗਿਆ ਤੇ ਮਾਨਸਿਕ ਤੌਰ ਤੇ ਜਿਹੜੇ ਵਿਚਾਰ ਲੋਕਾਂ ਦੇ ਮਨ 'ਚ ਪੈਦਾ ਹੋਣੇ ਹੁੰਦੇ ਆ ਇਹ ਬਹੁਤੇ ਜ਼ਿਆਦਾ ਫਰਕ ਨਾਲ ਨਹੀਂ ਹੋਈ ਪੈਰਲਲ ਦੂਜੇ ਪਾਸੇ ਵੀ ਇਦਾਂ ਹੀ ਹੋ ਰਿਹਾ ਸੀ ਜੇ ਅਸੀਂ ਅੱਜ ਕਹਿੰਦੇ ਫਲਾਣਾ ਪੁਰਾਣਾ ਧਰਮ ਆ ਫਲਾਣਾ ਧਰਮ ਆ ਅਸੀਂ ਆਪਣੇ ਧਰਮ ਨੂੰ ਜ਼ਿਆਦਾ ਪੁਰਾਣਾ ਜ਼ਿਆਦਾ ਚੰਗਾ ਮੰਨਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਪੁਰਾਣਾ ਉਹਨੂੰ ਮੰਨ ਲੈਂਦੇ ਹਾਂ ਜਿਹਦੇ ਸਬੂਤ ਪਹਿਲਾਂ ਤੋਂ ਮਿਲ ਗਏ ਕਿਉਂ ਸਾਡੇ ਕੋਲ ਸਬੂਤ ਨਹੀਂ ਹੈਗੇ ਮਾਨਤਾ 10,000 ਸਾਲਾਂ ਤੋਂ ਚੱਲ ਰਹੀ ਆ 20,000 ਸਾਲਾਂ ਤੋਂ ਚੱਲ ਰਹੀ ਆ ਪਰ ਸਬੂਤ ਸਾਨੂੰ ਮਿਲ ਰਿਹਾ 4-5 ਹਜ਼ਾਰ ਸਾਲਾਂ ਤੋਂ ਜਿਹੜੇ ਕਿਸੇ ਧਰਮ ਦੇ ਪੱਕੇ ਸਬੂਤ ਅਸੀਂ ਵੇਦਾਂ ਨੂੰ ਮੰਨ ਲਿਆ ਵੀ ਅੱਜ ਤੋਂ 4,000 ਸਾਲ ਪੁਰਾਣੇ ਆ ਕੋਈ ਕਹਿੰਦਾ 5,000 ਸਾਲ 7,000 4,000 ਸਾਲ ਪੁਰਾਣੇ ਵੇਦਾਂ ਦੀ ਗੱਲ ਸ਼ੁਰੂ ਹੋ ਜਾਂਦੀ ਆ ਇਸੇ ਤਰ੍ਹਾਂ ਇਹਦੇ ਪੈਰਲਲ ਹੀ ਜਿਹੜਾ ਯਹੂਦੀ ਧਰਮ ਆ ਹੈਬਰੂ ਬਾਈਬਲ ਜਿਹੜੀ ਆ ਜਿਹਦੇ ਨਿਸ਼ਾਨ ਪੁਰਾਣੇ ਮਿਲਦੇ ਆ ਉਹ ਵੀ ਵੇਦਾਂ ਦੇ ਪੈਰਲਲ ਹੀ ਮਿਲਦੇ ਆ ਪਰ ਕਿਤਾਬ ਰੂਪ 'ਚ ਨਹੀਂ ਮਿਲਦੇ ਇੰਨੇ ਸਟਰੋਂਗ ਨਹੀਂ ਮਿਲਦੇ ਜਿੰਨੇ ਵੇਦਾਂ 'ਚ ਮਿਲਦੇ ਆ ਇਸ ਕਰਕੇ ਅਸੀਂ ਕਿਹਾ ਵੀ ਇਹ ਜ਼ਿਆਦਾ ਪੁਰਾਣਾ ਹੈ ਯਹੂਦੀ ਧਰਮ ਜਿਹੜੇ ਆ ਇਸੇ ਤਰ੍ਹਾਂ ਕਬਾਇਲੀ ਧਰਮ ਉਨੇ ਹੀ ਪੁਰਾਣੇ ਆ ਉਸ ਤੋਂ ਵੀ ਪਹਿਲਾਂ ਦੇ ਸਾਡੇ ਕੋਲ ਸਿੰਧੂ ਘਾਟੀ ਦੀ ਸੱਭਿਅਤਾ ਦੇ ਸਬੂਤ ਹੈਗੇ ਆ ਕਿਸੇ ਨਾ ਕਿਸੇ ਰੂਪ 'ਚ ਉਹ ਵੀ ਮੰਨਦੇ ਸੀ ਉਹਨਾਂ ਦੇ ਵੀ ਮੂਰਤੀਆਂ ਨਿਕਲੀਆਂ ਪਰ ਉਹ ਮੂਰਤੀਆਂ ਜਿਹੜੀਆਂ ਇਸ ਰੂਪ ਦੀਆਂ ਮੂਰਤੀਆਂ ਨਹੀਂ ਹੈਗੀਆਂ ਵੀ ਜਿਵੇਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਹੋਣ ਉਹ ਔਰਤ ਨੂੰ ਉਹਨਾਂ ਨੇ ਪਤਾ ਲੱਗਦਾ ਵੀ ਉਹ ਔਰਤ ਨੂੰ ਸ਼ਕਤੀ ਮੰਨਦੇ ਸੀ ਜਿਹੜਾ ਯਹੂਦੀ ਧਰਮ ਹੈ ਹਾਂਜੀ ਅੱਜ ਕਿੱਥੇ ਇਹਦਾ ਹੈਗਾ ਯਹੂਦੀਆਂ ਦਾ ਜ਼ਿਆਦਾ ਗੜ ਅੱਜ ਕੱਲ੍ਹ ਇਜ਼ਰਾਈਲ ਆ ਪਰ ਬਹੁਤ ਥੋੜੇ ਰਹਿ ਗਏ ਆ ਉਹਨਾਂ ਦੀ ਅੱਗੇ ਜਿਹੜੀ ਆਬਾਦਾ ਬਹੁਤ ਥੋੜਾ ਹੋਇਆ ਕਿਉਂਕਿ ਈਸਾਈ ਧਰਮ ਜਦੋਂ ਪੈਦਾ ਹੋਇਆ ਉਦੋਂ ਯਹੂਦੀ ਧਰਮ ਜਿਹੜਾ ਉਸ ਤੋਂ ਬਾਅਦ ਈਸਾਈਆਂ ਤੋਂ ਇਸਲਾਮ ਪੈਦਾ ਹੋ ਗਿਆ ਨਵਾਂ ਇਹ ਯਹੂਦੀ ਧਰਮ ਦੀਆਂ ਹੀ ਅੱਗੇ ਨਿਕਲੀਆਂ ਹੋਈਆਂ ਸ਼ਾਖਾਵਾਂ ਇਹਨੂੰ ਸ਼ਾਖਾਵਾਂ ਕਹਿ ਦਿੰਦੇ ਆਪਾਂ ਪਰ ਅਸਲ 'ਚ ਸ਼ਾਖਾ ਕੋਈ ਵੀ ਧਰਮ ਦੂਜੇ ਦੀ ਸ਼ਾਖਾ ਨਹੀਂ ਹੁੰਦਾ ਉਹਦੇ ਵਿਰੋਧ 'ਚੋਂ ਹੀ ਪੈਦਾ ਹੋਇਆ ਹੁੰਦਾ ਯਹੂਦੀ ਧਰਮ 'ਚ ਆਈਆਂ ਕੁਰੀਤੀਆਂ ਤੋਂ ਈਸਾਈ ਪੈਦਾ ਹੋਏ ਬਿਲਕੁਲ ਈਸਾਈ ਧਰਮ ਦੀਆਂ ਕੁਰੀਤੀਆਂ ਜਦੋਂ ਆਈਆਂ ਤਾਂ ਇਸਲਾਮ ਧਰਮ ਪੈਦਾ ਹੋ ਗਿਆ ਇਹਨਾਂ 'ਚ ਸਮਾਨਤਾਵਾਂ ਵੀ ਆ ਤੇ ਉਹਨਾਂ 'ਚ ਵਖਰੇਵੇਂ ਵੀ ਆ ਉਹਨਾਂ 'ਚ ਲੜਾਈਆਂ ਵੀ ਆ
ਬਾਈਬਲ ਪੁਰਾਣੀ ਤੇ ਨਵੀਂ ਦੋ ਚੱਲਦੀਆਂ। ਪਹਿਲਾਂ ਯਹੂਦੀਆਂ ਵਾਲੀ ਬਾਈਬਲ ਜਿਹੜੀ ਹੈਬਰੂ ਬਾਈਬਲ ਉਹ ਵੀ ਚੱਲ ਰਹੀ ਆ ਨਾਲ ਦੀ ਨਾਲ, ਬਿਲਕੁਲ, ਤੇ ਈਸਾ ਮਸੀਹ ਵਾਲੇ ਟਾਈਮ ਦਾ ਵੀ ਸਾਰਾ ਕੁਝ ਉਸੇ ਬਾਈਬਲ ਸ਼ਾਮਲ ਹੋ ਕੇ ਅੱਗੇ ਚੱਲ ਰਿਹਾ। ਅਸੀਂ ਜੇ ਕਹੀਏ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਕਰੀਏ, ਸਿੱਖਾਂ ਦੇ ਕਈਆਂ ਨੂੰ ਇਹ ਗੱਲ ਜਚਣੀ ਨਹੀਂ, ਉਹਨਾਂ ਨੂੰ ਹੋ ਸਕਦਾ ਇੱਕ ਵਾਰੀ ਮਨ 'ਚ ਠੇਸ ਪਹੁੰਚੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਨਸੈਪਟ ਜਿਹੜਾ ਉਹ ਸਾਰਾ ਵੇਦਾਂ ਦਾ, ਰਿਗਵੇਦ ਦਾ ਕਨਸੈਪਟ ਆ ਸਾਰਾ। ਗੁਰੂ ਨਾਨਕ ਦੇਵ ਜੀ ਨੇ ਪੂਰਾ 1500-1600 ਸਾਲ ਦਾ ਪੀਰੀਅਡ ਜਿਹੜਾ ਇੰਡੀਅਨ ਹਿਸਟਰੀ ਦਾ ਬਾਈਪਾਸ ਕਰਕੇ, ਇਸ ਤੋਂ ਪਹਿਲਾਂ ਭਗਵਤ ਪੁਰਾਣ ਚੱਲਦਾ ਰਿਹਾ, ਹਿੰਦੂ ਧਰਮ ਚੱਲਦਾ ਸੀ, ਉਸ ਤੋਂ ਪਹਿਲਾਂ ਬੁੱਧ ਧਰਮ ਚੱਲਦਾ ਸੀ। ਬੁੱਧ ਤੇ ਹਿੰਦੂ ਧਰਮ ਦੋਵਾਂ ਨੂੰ ਸਾਈਡ ਤੇ ਕਰਕੇ ਵੈਦਿਕ ਧਰਮ ਨੂੰ ਚੁੱਕਿਆ। ਵੈਦਿਕ ਧਰਮ ਤੋਂ ਸਿੱਧਾ ਲਿਆ ਕੇ 500 BC ਤੋਂ ਪਿਛਲੇ ਚੀਜ਼ਾਂ ਜਿਹੜੀਆਂ 600 BC ਦੀਆਂ ਸੀ ਉਹਨਾਂ ਨੂੰ ਲੈ ਕੇ ਸਿੱਧਾ ਲਿਆ ਕੇ 1500 BC ਤੇ 1500 ਈਸਵੀ ਸਨ 'ਚ ਲਿਆ ਕੇ 1600 'ਚ ਉਹਨਾਂ ਨੇ ਲਿਆ ਕੇ ਉਹ ਸਾਨੂੰ ਨਵੇਂ ਸਿਰਿਓਂ ਨਵੇਂ ਰੂਪ 'ਚ ਪੇਸ਼ ਕੀਤੀਆਂ, ਵਕਤ ਦੇ ਹਾਲਾਤਾਂ ਦੇ ਮੁਤਾਬਕ ਢਾਲ ਕੇ, ਸਾਡੀ ਲੋੜ ਮੁਤਾਬਕ ਢਾਲ ਕੇ, ਸਮਾਜ ਦੀ ਲੋੜ ਮੁਤਾਬਕ ਭਾਸ਼ਾ ਬਦਲ ਕੇ। ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੁੱਧ ਧਰਮ ਦਾ ਜ਼ਿਕਰ ਨਹੀਂ ਆਉਂਦਾ। ਆਪਾਂ ਇਹ ਨਹੀਂ ਕਹਿ ਸਕਦੇ ਵੀ ਗੁਰੂ ਨਾਨਕ ਦੇਵ ਜੀ ਨੂੰ ਬੁੱਧ ਧਰਮ ਦਾ ਪਤਾ ਹੀ ਨਹੀਂ ਸੀ। ਉਹ ਤਾਂ ਸਾਰੇ ਏਸ਼ੀਆ 'ਚ ਘੁੰਮੇ ਸੀ ਤੇ ਸਾਰੇ ਏਸ਼ੀਆ 'ਚ ਬੁੱਧ ਧਰਮ ਫੈਲਿਆ ਰਿਹਾ, ਪਰ ਉਹਨਾਂ ਨੇ ਉਹਨੂੰ ਜ਼ਿਕਰ। ਤੁਸੀਂ ਇੱਕ ਗੱਲ ਪਹਿਲਾਂ ਕਹਿ ਕੇ ਹਟਿਓ ਕਿ ਵੀ ਕਿਸੇ ਵੀ ਧਰਮ ਦਾ, ਇੱਕ ਧਰਮ ਦਾ ਜਿਹੜੀ ਉਤਪਤੀ ਹੈ ਉਹ ਪਹਿਲੇ ਧਰਮ ਦੀ ਪ੍ਰੈਕਟਿਸ ਦੇ ਵਿਰੋਧ 'ਚ ਹੁੰਦੀ ਆ, ਜਦੋਂ ਉਹ ਵਿਚਾਰਧਾਰਾ ਪੁਰੋਹਿਤਵਾਦ ਦੇ ਹੱਥ ਚੜ੍ਹ ਜਾਂਦੀ ਆ। ਆਪਣਾ ਜੋ ਸਿੱਖ ਧਰਮ ਹੈ, ਇਹ ਕਿਸ ਧਰਮ ਦੇ ਵਿਰੋਧ 'ਚ ਹੋਇਆ? ਇਹ ਹਿੰਦੂ ਧਰਮ ਦੇ ਪੁਰੋਹਿਤਵਾਦ ਦੇ ਵਿਰੋਧ 'ਚੋਂ ਨਿਕਲਿਆ ਹੋਇਆ। ਕਹਿਣ ਨੂੰ ਲੋਕੀ ਕਹਿ ਦਿੰਦੇ ਆ, ਪ੍ਰਚਾਰ ਕੀਤਾ ਜਾਂਦਾ ਵੀ ਹਿੰਦੂ ਧਰਮ 'ਚੋਂ ਸਿੱਖ ਧਰਮ ਨਿਕਲਿਆ, ਨਹੀਂ। ਫਰਕ ਇਹ ਆ ਵੀ ਹਿੰਦੂਆਂ 'ਚੋਂ ਸਿੱਖ ਨਿਕਲੇ। ਹਿੰਦੂ ਮਤ ਦੇ ਜੋ ਲੋਕ ਨੇ ਉਹ ਹਮੇਸ਼ਾ ਇਹ ਗੱਲ ਤਾਂ ਕਹਿੰਦੇ ਨੇ ਕਿ ਵੀ ਜਿਹੜਾ ਇਹ ਸਿੱਖ ਹੈ ਇਹ ਹਿੰਦੂਆਂ ਦਾ ਹੀ ਇੱਕ ਹਿੱਸਾ ਉਹ ਕਹਿਣਗੇ, ਤੇ ਇਹਨੂੰ ਇਸਲਾਮ ਧਰਮ ਦੇ ਵਿਰੋਧ ਦੇ ਵਿੱਚ ਮੰਨਦੇ ਨੇ। ਉਹ ਕਿਉਂ ਮੰਨਦੇ ਆ? ਸਾਡੇ ਆਪਣੇ ਸਿੱਖ ਭਾਈਚਾਰੇ ਦੇ ਬਹੁਤ ਸਾਰੇ ਲੋਕ ਵੀ ਜਿਹੜੇ ਆ ਨਾ, ਉਹ ਵੀ ਇਹ ਸਮਝਦੇ ਆ। ਸਾਨੂੰ ਨਿੱਕੇ ਹੁੰਦਿਆਂ ਤੋਂ, ਦੇਖੋ ਜਦੋਂ ਮੈਂ ਤਰਕਸ਼ੀਲ ਹੋ ਗਿਆ, ਉਦੋਂ ਪਹਿਲਾਂ ਤੋਂ ਜੇ ਮੰਨੀਏ ਤਾਂ ਇਸ ਰੂਪ 'ਚ ਅਸੀਂ ਵੀ ਦੇਖਦੇ ਸੀ ਮੁਸਲਮਾਨਾਂ ਦੇ ਖਿਲਾਫ ਸਿੱਖਾਂ ਦੇ ਬਾਰੇ 'ਚ ਜੋ ਵੀ ਗੁਰਦੁਆਰਿਆਂ 'ਚ ਜਾਂ ਕਿਤੇ ਵੀ ਸਟੇਜਾਂ 'ਤੇ ਪ੍ਰਚਾਰ ਹੁੰਦਾ ਸੀ, ਮੁਸਲਮਾਨਾਂ ਨੂੰ ਜ਼ਾਲਮ ਦੱਸਿਆ ਜਾਂਦਾ ਸੀ। ਜਦੋਂ ਕਿ ਮੁਸਲਮਾਨਾਂ ਦੀ ਸਿੱਖਾਂ ਨਾਲ ਇੱਕ ਵੀ ਜੰਗ ਨਹੀਂ ਹੋਈ, ਇੱਕ ਵੀ ਲੜਾਈ ਨਹੀਂ ਹੋਈ, ਇੱਕ ਵੀ ਦੰਗਾ ਨਹੀਂ ਹੋਇਆ। ਮੁਸਲਮਾਨਾਂ ਨੇ ਸਿੱਖਾਂ ਦੇ ਨਾਲ ਮੁਗਲ ਸਰਕਾਰ ਦੇ ਖਿਲਾਫ ਮਦਦ ਕੀਤੀ ਆ। ਉਹ ਵੀ ਮੁਸਲਮਾਨ ਸੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਉਹ ਉੱਚ ਦਾ ਪੀਰ ਬਣਾ ਕੇ ਕੱਢਿਆ ਸੀ। ਬਿਲਕੁਲ। ਬੁੱਧੂ ਸ਼ਾਹ ਵੀ ਮੁਸਲਮਾਨ ਸੀ ਜਿਹਨੇ ਆਪਣੇ 800 ਚੇਲਿਆਂ ਤੇ ਆਪਣੇ ਪੁੱਤਰਾਂ ਸਮੇਤ ਗੁਰੂ ਗੋਬਿੰਦ ਸਿੰਘ ਦੇ ਹੱਕ 'ਚ ਲੜਾਈ ਕਰਦਿਆਂ ਸ਼ਹੀਦੀ ਪਾਈ ਸੀ। ਲੜਾਈ ਸੀ ਸਰਕਾਰ ਦੇ ਨਾਲ, ਜ਼ਾਲਮ ਸਰਕਾਰ ਦੇ ਨਾਲ ਲੜਾਈ ਸੀ, ਤੇ ਜਿਹੜੇ ਲੜ ਰਹੇ ਸੀ ਉਹ ਰਾਜਾ ਮੁਸਲਮਾਨ ਸੀ। ਇਸ ਕਰਕੇ ਉਹ ਮੁਸਲਮਾਨ ਧਰਮ ਦੇ ਨਾਂ ਤੇ ਲੜ ਰਿਹਾ ਸੀ। ਬਿਲਕੁਲ। ਇਹ ਉਹਨਾਂ ਤੇ ਜਾ ਪਈ, ਮੌਕੇ ਦੀ ਸਰਕਾਰ ਤੇ ਮੌਕੇ ਦੀ ਸਰਕਾਰ ਨੇ, ਤੇ ਬਾਅਦ ਵਾਲੇ ਕੁਝ ਇਤਿਹਾਸਕਾਰਾਂ ਨੇ, ਦੂਜੇ ਲੋਕਾਂ ਨੇ ਜਿਹੜੇ ਘੱਟ ਸਮਝ ਵਾਲੇ ਸੀ, ਉਹਨਾਂ ਨੇ ਇਹਨੂੰ ਹਿੰਦੂ ਸਿੱਖ ਮੁਸਲਮਾਨ ਦਾ ਮਸਲਾ ਬਣਾ ਕੇ ਸਾਹਮਣੇ ਰੱਖਤਾ। ਅੱਜ ਵੀ ਤੁਸੀਂ ਰਾਜਾ ਬੇਸ਼ੱਕ ਤੁਹਾਡਾ CM ਜਿਹੜਾ ਸਰਦਾਰ ਹੋਵੇ ਤਾਂ ਉਹ ਕੀ ਸਰਦਾਰਾਂ ਤੇ ਜ਼ੁਲਮ ਨਹੀਂ ਕਰ ਰਿਹਾ? ਉਹਨੂੰ ਅਸੀਂ ਸਰਦਾਰ ਵਰਸਸ ਸਰਦਾਰ ਜਾਂ ਹਿੰਦੂ ਵਰਸਸ ਸਰਦਾਰ ਕਿਵੇਂ ਬਣਾ ਦਈਏ? ਮੋਦੀ ਵਰਸਸ ਮੁਸਲਮਾਨ ਤਾਂ ਬਣ ਜੂ। ਰਾਜੇ ਦਾ ਕੋਈ ਧਰਮ ਨਹੀਂ ਹੁੰਦਾ, ਜਿਹੜਾ ਪਾਵਰ 'ਚ ਆ ਗਿਆ ਉਹਨੇ ਜ਼ੁਲਮ ਕਰਨਾ, ਦੂਜਿਆਂ ਨੇ ਉਹਦੇ ਖਿਲਾਫ ਮੁਕਾਬਲਾ ਕਰਨਾ। ਤੇ ਸਿੱਖਾਂ ਨੇ ਇੱਕ ਫੌਜ ਦੀ ਤਰ੍ਹਾਂ ਮੁਕਾਬਲਾ ਕਰਿਆ, ਉਸ ਟੱਕਰ ਜਿਹੜੀ ਲੋਕਾਂ ਨੇ ਬਣਾਤੀ ਮੁਸਲਮਾਨਾਂ ਤੇ ਸਿੱਖਾਂ ਵਿਚਕਾਰ। ਤੇ ਅੱਜ ਦਾ ਜਿਹੜਾ ਰਾਜਾ ਉਹ ਕੌਣ ਹੈ? ਦੇਖੋ, ਜਿਹੜਾ ਵੀ ਸੱਤਾ 'ਚ ਆ ਉਹ ਰਾਜਾ ਹੈ। ਭਾਵੇਂ ਅੱਜ ਕੱਲ੍ਹ ਰੂਪ ਬਦਲ ਗਿਆ ਵੀ ਅਸੀਂ ਆਪਣੇ ਚੁਣ ਕੇ ਬਣਾਉਂਦੇ ਆ ਰਾਜਾ। ਬਿਲਕੁਲ। ਉਦੋਂ ਖਾਨਦਾਨੀ ਰਾਜੇ ਸੀ, ਜਾਂ ਜਿਹਦੀ ਲਾਠੀ ਉਸਕੀ ਭੈਂਸ, ਉਹ ਚੱਲਦਾ ਸੀ। ਵੀ ਜਿਹੜੇ ਤਕੜੇ ਬਦਮਾਸ਼ ਸੀ ਉਹ ਰਾਜੇ ਬਣ ਜਾਂਦੇ ਸੀ, ਮੁੜ ਕੇ ਖਾਨਦਾਨੀ ਚੱਲ ਪੈਂਦੀ ਸੀ। ਉਹ ਲਗਾਤਾਰ ਇਸ ਤਰ੍ਹਾਂ ਚੱਲਦਾ ਸੀ। ਹੁਣ ਅਸੀਂ 5-7 ਸਾਲਾਂ ਬਾਅਦ ਬਦਲਦੇ ਸੀ, ਪਰ ਹਾਲਾਤ ਇਹ ਹੋ ਗਏ ਵੀ ਹੁਣ ਵੀ ਖਾਨਦਾਨੀ ਆ ਗਿਆ। ਮੰਤਰੀਆਂ ਦੇ ਪੁੱਤ ਮੰਤਰੀ, ਰਾਜੇ ਜਿਹੜੇ ਪਹਿਲਾਂ ਰਾਜੇ ਸੀ ਹੁਣ ਉਹਨਾਂ ਦੇ ਪੁੱਤ ਸਾਰੇ ਮੰਤਰੀ ਆ। ਤੇ ਹੁਣ ਤੁਸੀਂ ਆਪਣਾ ਧਰਮ ਕਿਹੜਾ ਧਰਮ ਮੰਨਦੇ? ਤੁਸੀਂ ਕੀ
ਮੇਰਾ ਕਿਹੜਾ ਧਰਮ ਹੈ? ਮੇਰਾ ਜਿਹੜੇ ਆਮ ਪਪੂਲਰ ਟਰਮਸ ਜਿਹੜੀ ਧਰਮ ਦੇ ਤੌਰ ਤੇ ਵਰਤੇ ਜਾਂਦੇ ਆ ਲੋਕ ਧਰਮ ਸ਼ਬਦ ਨੂੰ ਕਹਿੰਦੇ ਆ, ਮੈਂ ਇਹਨਾਂ ਚੋਂ ਕਿਸੇ ਧਰਮ ਨਾਲ ਸੰਬੰਧ ਨਹੀਂ ਰੱਖਦਾ। ਮੈਂ ਇਨਸਾਨੀਅਤ, ਪੂਰੀ ਇਨਸਾਨੀਅਤ ਨੂੰ ਇੱਕ ਜਾਣਦਾ ਤੇ ਮੈਂ ਸਮਝਦਾ ਵੀ ਉਹ ਕੰਮ ਹੀ ਹੋਣਾ ਚਾਹੀਦਾ ਜਿਹੜੇ ਪੂਰੇ ਇਨਸਾਨ ਦੇ ਭਲੇ ਦੇ ਵਿੱਚ ਹੋ ਸਕਦਾ। ਉਹਦੇ ਲਈ ਸਾਨੂੰ ਸਾਰਿਆਂ ਨੂੰ ਯਤਨ ਕਰਨੇ ਚਾਹੀਦੇ ਆ ਤੇ ਉਹਦੇ ਵਿੱਚ ਕਿਤੇ ਰੱਬ ਨਹੀਂ ਆਉਂਦਾ, ਉਹਦੇ ਵਿੱਚ ਕਿਤੇ ਪਾਠ ਪੂਜਾ ਨਹੀਂ ਆਉਂਦੀ। ਉਹਦੇ 'ਚ ਸਿਰਫ ਇਹ ਆਉਂਦਾ ਵੀ ਤੁਸੀਂ ਆਪਣੇ ਕੰਮ ਇਮਾਨਦਾਰੀ ਨਾਲ ਕਰਨੇ ਆ, ਨੇਕ ਨੀਤੀ ਨਾਲ ਕਰਨੇ ਆ। ਤੁਹਾਡੇ ਕਹਿਣ ਦਾ ਮਤਲਬ ਕਿ ਵੀ ਜੋ ਲੋਕ ਪਾਠ ਪੂਜਾ ਕਰਦੇ ਨੇ, ਸਵੇਰੇ ਉੱਠ ਕੇ ਨਿਤਨੇਮ ਕਰਦੇ ਨੇ, ਉਹ ਵਿਅਰਥ? ਮੇਰਾ ਤੇ ਦੇਖੋ ਇਹ ਗੱਲ ਬੜੀ ਥੋੜੀ ਜ਼ਿਆਦਾ ਸਖਤ ਆ ਜਿਹੜੀ ਮੈਂ ਕਹਿਣ ਜਾ ਰਿਹਾ। ਮੈਂ ਇਹ ਸਮਝਦਾ ਹੈ ਵੀ ਨਾਮ ਸਿਮਰਨ, ਪਾਠ ਪੂਜਾ ਦੁਨੀਆ ਦਾ ਸਭ ਤੋਂ ਵੱਡਾ ਫਜ਼ੂਲ ਕੰਮ ਆ। ਅੱਛਾ। ਜੇ ਤੁਸੀਂ ਕਿਸੇ ਚੀਜ਼ ਨੂੰ ਮੰਨ ਰਹੇ ਹੋ, ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਰਹੇ ਹੋ, ਮੈਨੂੰ ਪਤਾ ਤੁਸੀਂ ਮੰਨਦੇ ਹੋ, ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੋ, ਸਮਝੋ, ਅਮਲ ਕਰੋ। ਜੇ 3 ਵਾਰੀ 4 ਵਾਰੀ ਲੰਮੇ ਪੈ ਕੇ ਤੁਸੀਂ ਡੰਡੌਤ ਕਰਕੇ ਨੱਕ ਰਗੜ ਕੇ ਘਰ ਨੂੰ ਆ ਗਏ ਤੇ ਸਿੱਖਿਆ ਕੋਈ ਲੈਣੀ ਨਹੀਂ, ਉਹ ਪੂਜਾ ਕਿਸ ਕੰਮ? ਟੱਲੀਆਂ ਵਜਾਈ ਜਾਵਾਂ ਮੈਂ ਮੂਰਤੀ ਦੇ ਅੱਗੇ ਬਹਿ ਕੇ। ਜਿਹਦੀ ਮੂਰਤੀ ਹੈ, ਜਿਹੜੀ ਗੱਲ ਉਹਨੇ ਕਹੀ ਸੀ ਉਹ ਮੈਂ ਸੁਣੀ ਨਹੀਂ, ਸੁਣ ਲਈ ਤੇ ਮੈਂ ਮੰਨਣੀ ਨਹੀਂ, ਉਹ ਪੂਜਾ ਕਿਸ ਕੰਮ ਦੀ ਆ? ਗੱਲ ਸਮਝਦੀ ਆ। ਜਿਸ ਕਨਸੈਪਟ ਨੂੰ ਲੈ ਕੇ ਉਹ ਚੱਲੇ ਬੰਦੇ ਜਿਨ੍ਹਾਂ ਨੇ ਇੰਨੀ ਮਸ਼ਹੂਰੀ ਖੱਟੀ, ਕਿਉਂ ਖੱਟੀ? ਕਿਉਂਕਿ ਉਹਨਾਂ ਨੇ ਕੋਈ ਚੰਗੇ ਕੰਮ ਕੀਤੇ ਸੀ। ਉਹਨਾਂ ਦੀ ਸਮਝ ਨੂੰ ਅੱਗੇ ਲੈ ਕੇ ਤੁਰਨਾ ਜਿਹੜਾ ਉਹ ਕੰਮ ਆ, ਨਾ ਕਿ ਪਾਠ ਪੂਜਾ ਕਰਨਾ, ਸਿਮਰਨ ਕਰਨਾ। ਮੈਂ ਕਹੀ ਜਾਵਾਂ, ਮੇਰੇ ਬਜ਼ੁਰਗਾਂ ਦਾ ਨਾਂ ਲੈ ਕੇ, ਮੇਰਾ ਪਾਪਾ ਬੜਾ ਚੰਗਾ, ਪਾਪਾ ਤੂੰ ਬੜਾ ਚੰਗੇ ਕੰਮ ਕੀਤੇ, ਪਾਪਾ ਤੂੰ ਮੈਨੂੰ ਰੋਟੀ ਦਿੱਤੀ, ਪਾਪਾ ਤੂੰ ਮੈਨੂੰ, ਉਹਦੇ ਨਾਲ ਪਾਪਾ ਤਾਂ ਮੰਜੀ 'ਤੇ ਬਿਮਾਰ ਪਿਆ। ਮੰਜੀ 'ਤੇ ਬਿਮਾਰ ਕੌਣ ਪਿਆ ਇਸ ਟਾਈਮ? ਮੰਜੀ 'ਤੇ ਬਿਮਾਰ ਪਿਆ ਜਿਹੜਾ ਜਿਹਨੂੰ ਵੀ ਅਸੀਂ ਨਾਂ ਲੈ ਕੇ ਸਿਮਰਨ ਕਰੀ ਜਾਈਏ ਤੇ ਕਿਸੇ ਵੀ ਬੰਦੇ ਨੂੰ, ਤੇ ਅਸੀਂ ਉਹਨੂੰ ਤਾਂ ਪੁੱਛੀਏ ਨਾ, ਉਹਨੂੰ ਸਮਝੀਏ ਨਾ, ਉਹਦੀ ਗੱਲ ਨਾ ਮੰਨੀਏ, ਪਰ ਤੂੰ ਬੜਾ ਤਕੜਾ, ਤੂੰ ਬੜਾ ਦਿਆਲੂ ਆ, ਤੂੰ ਇੰਜ ਕਰੀ ਜਾਈਏ ਤਾਂ ਠੀਕ ਹੈ ਗੱਲ। ਗੁਰੂ ਨਾਨਕ ਦੇਵ ਦੀ ਲੜਾਈ ਕਿਹਦੇ ਨਾਲ ਸੀ? ਮੈਂ ਪਿੱਛੋਂ ਤੋਂ ਚੱਲਦੇ ਹਾਂ, ਉਸ ਤੋਂ ਪਹਿਲਾਂ ਆਪਾਂ ਈਸਾ ਮਸੀਹ ਇਸ ਜ਼ਮਾਨੇ 'ਚ ਆਪਣੇ ਸਾਹਮਣੇ ਦਿਖਦੇ ਆ। ਲੜਾਈ ਕਿਹਦੇ ਨਾਲ ਸੀ? ਵਕਤ ਦੀ ਹਾਕਮ ਜਮਾਤ ਨਾਲ, ਵਕਤ ਦੇ ਪੁਰੋਹਿਤ ਨਾਲ, ਤੇ ਵਕਤ ਦੇ ਮਾਇਆਧਾਰੀ, ਸੱਤਾਧਾਰੀ ਤੇ ਨਾਮਧਾਰੀ। ਨਾਮਧਾਰੀ ਦਾ ਮਤਲਬ ਧਰਮ ਤੋਂ ਨਹੀਂ, ਪੁਰੋਹਿਤਵਾਦ ਤੋਂ। ਇਹ 3 ਸ਼ਕਤੀਆਂ ਨਾਲ ਉਹਨਾਂ ਦੀ ਲੜਾਈ ਸੀ। ਈਸਾ ਮਸੀਹ ਦੀ ਲੜਾਈ ਹੋਈ ਇਹਨਾਂ ਦੇ ਖਿਲਾਫ, ਹਜ਼ਰਤ ਮੁਹੰਮਦ ਦੀ ਲੜਾਈ ਇਹਨਾਂ 3 ਸ਼ਕਤੀਆਂ ਦੇ ਖਿਲਾਫ ਸੀ, ਗੁਰੂ ਨਾਨਕ ਦੇਵ ਦੀ ਲੜਾਈ ਇਹਨਾਂ ਹੀ 3 ਸ਼ਕਤੀਆਂ ਦੇ ਖਿਲਾਫ ਸੀ। ਅੱਜ ਦੇ ਜਿਹੜੇ ਸਾਡੇ ਜਥੇਦਾਰ ਆ, ਜਿਹੜੇ ਸਾਡੇ ਹਿੰਦੂ ਧਰਮ ਦੇ ਆ ਜਾਂ ਇਸਲਾਮ ਧਰਮ ਦੇ ਆ, ਈਸਾਈ ਧਰਮ ਦੇ ਆ, ਕਿ ਕਦੇ ਉਹਨਾਂ ਨੇ ਅੱਜ ਦੇ ਰਾਜਿਆਂ ਦੇ, ਹਕੂਮਤ 'ਤੇ ਜਿਹੜੇ ਬੈਠੇ ਉਹਨਾਂ ਦੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਆ? ਕਦੇ ਅਮੀਰਾਂ ਦੇ ਸ਼ੋਸ਼ਣ ਕਰ ਰਹੇ ਆ ਗਰੀਬਾਂ ਦਾ, ਕਦੇ ਉਹਦੇ ਖਿਲਾਫ ਆਵਾਜ਼ ਉਠਾਈ ਆ? ਨਹੀਂ। ਅੱਜ ਲਾਲੋ ਨਹੀਂ ਹੈਗੇ, ਅੱਜ ਭਾਈ ਭਾਗ ਲਾਲੋ ਨਹੀਂ ਹੈਗੇ ਕਿ ਭਾਗੋ ਨਹੀਂ ਹੈਗੇ? ਕੌਣ ਭਾਗੋਂ ਦੇ ਖਿਲਾਫ ਬੋਲ ਰਿਹਾ? ਉਹ ਚੀਜ਼ ਤਾਂ ਅਸੀਂ ਛੱਡ ਗਏ, ਅਸੀਂ ਤਾਂ ਮੁੜ ਕੇ ਸਿਰਫ ਉਹਨਾਂ ਨੂੰ ਪੂਜਿਆ। ਤਾਂ ਇਹ ਤੋਂ ਹੀ ਜਦੋਂ ਪੂਜਾ ਸ਼ੁਰੂ ਹੁੰਦੀ ਆ, ਉਦੋਂ ਹੀ ਅਸਲ ਉਦੇਸ਼ ਖਤਮ ਹੋ ਜਾਂਦਾ। ਪ੍ਰੈਕਟਿਸ ਦੀ ਥਾਂ ਪੂਜਾ ਆ ਜਾਂਦੀ ਆ, ਉਦੋਂ ਉਦੇਸ਼ ਖਤਮ ਹੋ ਜਾਂਦਾ। ਗੁਰੂ ਨਾਨਕ ਦਾ ਉਦੇਸ਼ ਉਦੋਂ ਖਤਮ ਹੋ ਗਿਆ ਜਦੋਂ ਅਸੀਂ ਮੱਥੇ ਟੇਕਣੇ ਸ਼ੁਰੂ ਕਰ ਦਿੱਤੇ, ਟੱਲੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ। ਧਰਮ ਦਾ ਕਨਸੈਪਟ ਤਾਂ ਹੈਗਾ ਸੀ ਕਿ ਲੋਕਾਂ ਦੀ ਭਲਾਈ ਵਾਸਤੇ, ਪਰ ਨਿਕਲਿਆ ਭਲੇ ਵਾਸਤੇ ਸੀ। ਲੋਕਾਂ ਡਰਦਿਆਂ ਨੇ ਮੰਨਿਆ, ਪਰ ਮੰਗ ਤਾਂ ਚੰਗੀ ਗੱਲ ਰਹੇ ਸੀ ਵੀ ਸਾਡਾ ਬਚਾਅ ਹੋ ਜਾਏ, ਸਾਡਾ ਬਚਾਅ ਹੋ ਜਾਏ। ਅਗਲੇ ਟਾਈਮ 'ਚ ਆ ਕੇ ਉਹਨਾਂ ਨੇ ਉਹਨੂੰ ਸ਼ੋਸ਼ਣ ਦਾ ਤਰੀਕਾ ਬਣਾ ਲਿਆ, ਬਜਾਏ ਇਹ ਸਮਝਾਉਣ ਦੀ ਕਿ ਇਹਦੇ ਨਾਲ ਨਹੀਂ, ਸਾਨੂੰ ਦਰਿਆ ਰੋਕਣ ਲਈ ਬੰਨ੍ਹ ਬੰਨ੍ਹਣਾ ਪੈਣਾ ਹੈ, ਸਾਨੂੰ ਜੰਗਲ ਦੀ ਅੱਗ ਰੋਕਣ ਲਈ ਉਹਦੇ 'ਚ ਬਚਾਉਣਾ ਪਊਗੀ ਤੇ ਅੱਗ ਵੜ ਨਾ ਜਾਵੇ। ਇਹ ਸਮਝਾਉਣ ਦੀ ਥਾਂ 'ਤੇ ਆਉਣ ਵਾਲਿਆਂ ਨੇ ਉਹ ਪੂਜਾ ਨੂੰ ਹੀ ਹੋਰ ਵਧਾ ਕੇ ਵੀ ਪੂਜਾ ਕਰੋ, ਸ਼ਾਇਦ ਇਹਦੇ ਨਾਲ ਹੀ ਬਣ ਜੂ ਸਾਰਾ ਕੁਛ, ਇਸ ਪਾਸੇ ਨੂੰ ਤੋਰਿਆ। ਤੇ ਇਹੀ ਅੱਜ ਕੱਲ੍ਹ ਦੁਬਾਰਾ ਹੋ ਰਿਹਾ। ਸਾਡੀਆਂ ਸਰਕਾਰਾਂ, ਖਾਸ ਕਰ ਸੈਂਟਰ ਸਰਕਾਰ, ਮੈਂ ਸਿੱਧਾ ਕਹਿ ਰਿਹਾ, ਉਹਨਾਂ ਦੇ ਪੂਰੇ ਦਾ ਪੂਰਾ ਜ਼ੋਰ ਲੱਗਿਆ ਹੋਇਆ ਵੀ ਦੇਸ਼ ਨੂੰ 1200 ਸਾਲ ਪਿੱਛੇ ਲੈ ਕੇ ਜਾਣਾ। ਇਹ ਲੈ ਕੇ ਜਾਣਾ 1200 ਸਾਲ ਪਿੱਛੇ ਕਿਉਂ? 8ਵੀਂ ਸ਼ਤਾਬਦੀ 'ਚ ਇਹੀ ਕੁਝ ਹੋਇਆ ਸੀ ਜਦੋਂ ਅਸੀਂ ਗੁਲਾਮ ਹੋਣਾ ਸ਼ੁਰੂ ਹੋਏ ਸੀ, ਜਦੋਂ ਇੱਥੋਂ ਬਾਹਰਲਿਆਂ ਜਰਵਾਣਿਆਂ ਨੇ ਆ ਕੇ ਇੱਥੇ ਕਬਜ਼ੇ ਕਰਨੇ ਸ਼ੁਰੂ ਕੀਤੇ ਸੀ, ਉਦੋਂ ਇਹੀ ਕੁਝ ਹੋਇਆ ਸੀ ਜੋ ਅੱਜ ਹੋ ਰਿਹਾ ਹੈ। ਅੱਜ ਕੱਲ੍ਹ ਇੱਕ ਮੁੱਦਾ ਬਹੁਤ ਭਖਿਆ ਹੋਇਆ ਪੰਜਾਬ ਦੇ ਅੰਦਰ। ਆਪਾਂ ਗੱਲ ਜਦੋਂ ਜ਼ਿਆਦਾ ਬਾਹਰ ਨਾ ਜਾਈਏ ਤਾਂ ਪੰਜਾਬ ਦੇ ਅੰਦਰ ਇੱਕ ਮੁੱਦਾ ਹੈਗਾ
ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਹਾਂਜੀ। ਤੇ ਉਹਨਾਂ ਦਾ ਟਾਕਰਾ ਹੈਗਾ ਅਕਾਲ ਤਖਤ ਦੇ ਨਾਲ ਕਿਹਾ ਜਾਂਦਾ। ਉਹ ਨਹੀਂ ਇਹ ਗੱਲ ਨੂੰ ਕਹਿੰਦੇ, ਉਹ ਕਹਿੰਦੇ ਨੇ ਕਿ ਵੀ ਮੇਰਾ ਅਕਾਲ ਤਖਤ ਦੇ ਨਾਲ ਕੋਈ ਟਾਕਰਾ ਨਹੀਂ ਹੈ, ਮੈਂ ਅਕਾਲ ਤਖਤ ਨੂੰ ਮੰਨਦਾ। ਪਰ ਜਿਹੜੇ ਉਹ 'ਤੇ ਦੋਸ਼ ਲਾਏ ਜਾ ਰਹੇ ਨੇ ਉਹ ਇਹ ਲਾਏ ਜਾ ਰਹੇ ਨੇ ਕਿ ਉਹ ਅਕਾਲ ਤਖਤ ਨੂੰ ਨਹੀਂ ਮੰਨਦਾ, ਉਹ ਦਰਬਾਰ ਸਾਹਿਬ ਨੂੰ ਭੰਡਦਾ। ਇਸ ਸੰਦਰਭ 'ਚ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਰਣਜੀਤ ਸਿੰਘ ਦਾ ਟਾਕਰਾ ਅਕਾਲ ਤਖਤ ਨਾਲ ਨਹੀਂ, ਟਾਕਰਾ ਇੱਕ ਸਥਾਪਤੀ ਤੇ ਤਬਦੀਲੀ 'ਚ ਆ। ਜੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਭਾਈ ਰਣਜੀਤ ਸਿੰਘ ਵਾਲੇ ਵਿਚਾਰ ਰੱਖਦੇ ਹੋਣ ਤੇ ਟਾਕਰਾ ਹੋ ਜੂ, ਨਹੀਂ ਹੁੰਦਾ। ਸਿੱਖ ਸੰਸਥਾਵਾਂ ਦੇ ਉੱਤੇ ਪੁਰੋਹਿਤਵਾਦ ਕਬਜ਼ਾ ਕਰ ਚੁੱਕਿਆ ਹੈ।